ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। 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 ਦੇ ਭਗਤ ਪੂਰਨ ਅਬਿਨਾਸੀ, ਦੇ ਭਗਤ ਪੂਰਨ ਅਬਿਨਾਸੀ। ਦੇ ਭਗਤ ਪੂਰਨ ਅਬਿਨਾਸੀ, ਦੇ ਭਗਤ ਪੂਰਨ ਅਬਿਨਾਸੀ। ਹਉ ਤੁਝ ਕੋ ਬਲਿਹਾਰਿਆ, ਹਉ ਤੁਝ ਕੋ ਬਲਿਹਾਰਿਆ। ਹਉ ਤੁਝ ਕੋ ਬਲਿਹਾਰਿਆ, ਹਉ ਤੁਝ ਕੋ ਬਲਿਹਾਰਿਆ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। 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 ਧੰਨ ਧੰਨ ਸਾਹਿਬ ਸਤਿਗੁਰੂ ਦੀਨ ਬੰਧੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਪਾਵਨ ਮੁਬਾਰਕ ਗੋਦ ਅਤੇ ਗੁਰੂ ਕੇ ਪਿਆਰ ਵਾਲਿਆਂ ਦਾ ਇਹ ਸੁਭਾਗ ਘਰ ਜਿਸ ਦੇ ਵਿੱਚ ਅਸੀਂ ਸਾਰੇ ਜਾਣੇ ਅੰਮ੍ਰਿਤ ਵੇਲੇ ਜੁੜ ਬੈਠੇ ਹਾਂ। ਸਤਿਗੁਰੂ ਜੀ ਦੇ ਇਤਿਹਾਸ ਅਤੇ ਗੁਰਬਾਣੀ ਸਿਧਾਂਤ ਦੀ ਵਿਚਾਰ ਆਪ ਸਾਰੇ ਗੁਰੂ ਪਿਆਰ ਵਾਲੇ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀ ਨੂੰ ਅਗਾਹਾਂ ਤੋਰਦੇ ਹਾਂ। ਇੱਕ ਵਾਰ ਸਭਨਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ। ਗੱਜ ਵੱਜ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਪੰਜ ਪਿਆਰੇ ਸਾਹਿਬਾਨ, 1500 ਸਿੱਖਾਂ ਦਾ ਇਹ ਸਾਰਾ ਇਕੱਠ ਆਨੰਦਪੁਰ ਤੋਂ ਚੱਲਦਾ ਹੋਇਆ, ਕੀਰਤਪੁਰ ਹੁੰਦਾ ਹੋਇਆ, ਨਿਰਮੋਹਗੜ੍ਹ ਤੋਂ ਸ਼ਾਹੀ ਟਿੱਬੀ ਤੇ ਪਹੁੰਚ ਗਿਆ ਹੈ। ਸ਼ਾਹੀ ਟਿੱਬੀ ਉਹ ਜਗ੍ਹਾ ਹੈ ਜਿੱਥੇ ਪਹਿਲਾ ਹਮਲਾ ਆਨੰਦਪੁਰ ਤੋਂ ਬਾਅਦ ਹੋਇਆ ਹੈ। ਇੱਥੇ ਹਮਲੇ ਨੂੰ ਰੋਕਣ ਵਾਸਤੇ ਸਤਿਗੁਰੂ ਜੀ ਨੇ ਭਾਈ ਉਦੈ ਸਿੰਘ ਜੀ ਵੱਲ ਦੇਖਿਆ ਹੈ ਤੇ ਆਪਣਾ ਜਾਮਾ ਕਹਿੰਦੇ ਨੇ ਪਹਿਰਾਵੇ ਨੂੰ, ਗੁਰੂ ਪਾਤਸ਼ਾਹ ਨੇ ਆਪਣਾ ਜਾਮਾ ਭਾਈ ਉਦੈ ਸਿੰਘ ਨੂੰ ਦੇ ਦਿੱਤਾ ਹੈ ਅਤੇ ਨਾਲ 94 ਸਿੰਘ ਦੇ ਦਿੱਤੇ ਨੇ। ਭਾਈ ਉਦੈ ਸਿੰਘ ਸ਼ਾਹੀ ਟਿੱਬੀ ਤੇ ਪਿੱਛੋਂ ਆਉਣ ਵਾਲੇ ਹਮਲਾਵਰਾਂ ਨੂੰ ਰੋਕਣ ਵਾਸਤੇ ਜੰਗ ਲੜਨ ਲਈ ਤਿਆਰ ਹੋ ਗਏ ਨੇ। ਬਾਕੀ ਸਾਰਾ ਵਹੀਰ ਜਿਹੜਾ ਹੈ ਉਹ ਅਗਾਂਹ ਸਰਸਾ ਨਦੀ ਵੱਲ ਵੱਧ ਗਿਆ ਹੈ। ਜਿਵੇਂ ਕਿ ਕੱਲ ਮੈਂ ਜ਼ਿਕਰ ਕੀਤਾ ਸੀ, 12 ਘੜੀਆਂ ਇੱਥੇ ਜੰਗ ਹੋਈ ਹੈ। ਕੱਲ ਮੇਰੇ ਕੋਲੋਂ ਥੋੜੀ ਜਿਹੀ ਗੁਸਤਾਖੀ ਹੋ ਗਈ, ਮੈਂ 12 ਘੜੀਆਂ ਨੂੰ 12 ਘੰਟਿਆਂ ਦੇ ਵਿੱਚ ਵੰਡ ਦਿੱਤਾ। ਇਹਨੂੰ ਥੋੜਾ ਜਿਹਾ ਸਮਝ ਲੈਣਾ। 12 ਘੜੀਆਂ ਸਾਡੇ ਇਤਿਹਾਸ ਵਿੱਚ ਲਿਖੀਆਂ ਨੇ। 12 ਘੜੀਆਂ ਦਾ ਭਾਵ ਹੈ ਇੱਕ ਘੜੀ 24 ਮਿੰਟਾਂ ਦੀ ਮੰਨੀ ਗਈ ਹੈ ਤੇ ਅੰਦਾਜ਼ਨ ਦੇ ਨਾਲ 5.5 ਘੰਟੇ, ਭਾਵ 5.5 ਘੰਟੇ 50 ਸਿੰਘਾਂ ਨੇ ਭਾਈ ਉਦੈ ਸਿੰਘ ਦੀ ਅਗਵਾਈ ਦੇ ਵਿੱਚ ਉੱਥੇ ਸ਼ਾਹੀ ਟਿੱਬੀ ਤੇ ਜੰਗ ਲੜੀ। ਉਹਨਾਂ ਨੇ ਉਹਨਾਂ ਦੁਸ਼ਮਣਾਂ ਨੂੰ ਪਿੱਛੇ ਰੋਕ ਕੇ ਰੱਖਿਆ। ਇੱਥੇ ਇੱਕ ਗੱਲ ਬੜੀ ਕਮਾਲ ਦੀ ਹੋਈ ਕਿ ਭਾਈ ਉਦੈ ਸਿੰਘ ਦਾ ਚਿਹਰਾ ਮੋਹਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਲਦਾ ਸੀ। ਇੱਥੇ ਇੱਕ ਨੁਕਤੇ ਨੂੰ ਸਮਝਿਓ। ਅਸੀਂ ਇੱਕ ਰਹਿਤਨਾਮਾ ਪੜ੍ਹਦੇ ਹਾਂ, ਉਹਦੇ ਦੇ ਬੋਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੇ। ਉਹ ਹੈ,
ਖਾਲਸਾ मेरो रूप है खास, खालसे में हो करो निवास। कोई भी गुरु महाराज का सिख है, गुरु का चेहरा गुरु दे सिख दे नाल रलदा ही रलदा है। लोड़ है असीं अपने विचों अपने गुरु नूं वेखीए। इत्थे साडे इतिहास विच खास करके दो सिखां दा नाम आया है। एक चमकौर दी गढ़ी दे विच, वो मैं अगे जाके जिक्र करांगा, ते एक भाई उदय सिंह दा, कि इन्हां दा चेहरा मोहरा गुरु गोबिंद सिंह महाराज जी दे नाल रलदा सी। इसे करके दुश्मनां नूं कहंदे भुलेखा पै गया। उन्हां ने बड़े गड्डवें वार कीते, अग्यों भाई उदय सिंह हुणां ने भी गड्डवें वार कीते। 5.5 घंटे जंग हुई है ते उन्हां दे मन च आया असीं गुरु गोबिंद सिंह महाराज नूं मार लिया है। ते वो इसे गल विच बड़े खुश सन। पर जदों तफदीश करन वालियां ने, पड़ताल करन वालियां ने वो शहीद होए सिंह दी लाश नूं तकिया ते वो कहण लगे ये गुरु गोबिंद सिंह महाराज नहीं, ये ते उन्हां दा कोई सिख है। फिर विचों किसी ने दसिया ये ते वही भाई उदय सिंह है जिन्हें केसरी चंद दा सिर वड्डिया सीगा। मुलखईए दे विच फिर हाहाकार मच गई, बई गुरु गोबिंद सिंह महाराज तां साडे कोलों निकल के चले गए हैं। इसे करके ये मुलखईया पिछे उतरिया। इधर गुरु महाराज सरसा नदी के कंढे ते पहुंच गए हैं। उस वेले सवेर का चढ़ाव हो गया है। सवेर का चढ़ाव अमृत वेले का चढ़ाव हो गया है। सरसा नदी के कंढे ते गुरु कलगीधर महाराज जी ने दीवान सजाया। इतिहास कहता है आशा की वार का कीर्तन होया। आशा की वार का कीर्तन किया है। कुछ सिंघां ने पिछे निगाह रखी है। आशा दे वार दे कीर्तन की इधरों समाप्ति हुई है, उधरों पिछों दुश्मन चढ़ के आ गए ने। हालात बड़े बद तो बदतर हो गए ने। मुश्किलां केड़ियां ने मैं उन्हां दा एक एक करके जिक्र कर लगा। सब तो पहली मुश्किल है कि ठंड का समा है। ठंड विच लड़ना बड़ा ही औखा है। दूजा साधना की घाट है। सिखां कोल साधन वो नहीं जो पिछे आ रहे मुलखईए दे कोल हन। सिखां की गिनती घट है, उन्हां की गिनती ज़्यादा है। एक सरसा नदी दे विच अचानक हड़ आ गया है, वो चढ़ी हुई है। पानी जिहड़ा है वो बड़ी तेज गति दे नाल वह रहा है। चौथा धुंध बड़ी है, धुंध करके दिखाई नहीं दे रहा। जे कोई दूर हो जाता है, लांबे हो जाता है, तो उसकी रखिया करनी बड़ी औखी हो जाती है। इत्थे मैं एक गल का जिक्र करांगा। जदों सरसा नदी दे कंढे ते जंग हो रही है तो साहिबजादा अजीत सिंह नूं मुलखईए ने घेर लिया कि फड़ लो, गुरु गोबिंद सिंह महाराज जी दे बच्चे साहिबजादे अजीत नूं फड़ लो, इनू कैद कर लो। धुंध का समा सीगा, सिखां नूं दिखाई ना दिता। इन्ने चिर नूं भाई जीवन सिंह जी जिन्हां नूं असीं भाई जैता जी कहने आ, वो आ गए। उन्हां दे ध्यान पै गया। उन्होंने उस वेले हमला करके बाबा अजीत सिंह जी नूं उथों उस घेरे दे विचों कढ़िया जिहड़ा घेरा दुश्मनां ने उन्हां दे दुआले कर लिया सी। सो गल की है, सिखां दे सामने मुश्किलां ही मुश्किलां सन। मौसम भी उन्हां दा साथ नहीं सी दे रहा। ये पंजाब की धरती भी उन्हां दा साथ नहीं सी दे रही। लोग भी साथ नहीं सन दे रहे। हर पासे जिधर भी जाते सन मुश्किलां उन्हां दे सामने सन। जे साथ दे रहे सन तो जेड़े वो नाल तुरे 1500 मरजीवड़े दे रहे सन। वो कह रहे सन महाराज जिन्नी देर तक साडे शरीर विच जान है, जिन्ने देर तक साडे साह चलते हैं, असीं अंतले साहां दे नाल जो भी मुश्किलां आ जाण असीं तुहाडे नाल लड़ांगे, असीं दुश्मनां दे नाल जंग करांगे अते पार निकलांगे। अखीर गुरु महाराज जी ने फैसला किया। भाई बचित्र सिंह की ड्यूटी ला दी गई थी कि तुसीं पिछे मुलखईए नूं रोक के रखो। सरसा नदी के कंढे ते जिहड़ी जंग हुई है, जिवें शाही टिब्बी दे ते जंग हुई तो भाई उदय सिंह ने रोक के रखिया। सरसा नदी के कंढे ते जंग हुई है, इत्थे भाई बचित्र सिंह, ये वही भाई बचित्र सिंह है जिन्हें नागणी मारी सी हाथी दे। याद रखियो भाई मनी सिंह दे परिवार दा असीं देना नहीं दे सकते। ये भाई मनी सिंह दा परिवार 6वें पातशाह तो गुरु घर दे नाल जुड़िया। इस परिवार विचों 96 सिंघां दे नाम आ गए ने। 96 सिंह इस परिवार दे शहीद होए ने। इस जंग दे विच जिस जंग का मैं जिक्र कर रहा, 5 पुत भाई मनी सिंह दे जूझ रहे सन। भाई उदय सिंह शहीद हो गया सी। अजब सिंह, अजायब सिंह, अनेक सिंह ते बचित्र सिंह, ये 5 योधे इस जंग विच लड़ रहे सन। 3
ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਤੇ 2 ਰਸਤੇ ਦੇ ਵਿੱਚ ਇੱਕ ਸ਼ਾਹੀ ਟਿੱਬੀ ਤੇ ਇੱਕ ਸਰਸਾ ਨਦੀ ਦੇ ਕੰਢੇ ਲੜਦਾ ਹੋਇਆ ਜ਼ਖਮੀ ਹੋ ਗਿਆ, ਜਿਹੜਾ ਅੱਗੇ ਜਾ ਕੇ ਸ਼ਹੀਦ ਹੋਇਆ। ਕੈਸੇ ਉਹ ਪਰਿਵਾਰ ਹੋਣਗੇ ਜਿਨ੍ਹਾਂ ਨੇ ਆਪਣਾ ਸਾਰਾ ਜਿਹੜਾ ਹੈ ਪਰਿਵਾਰ ਗੁਰੂ ਦੇ ਲੇਖੇ ਲਾ ਦਿੱਤਾ, ਗੁਰੂ ਦੇ ਚਰਨਾਂ 'ਚ ਅਰਪਣ ਕਰ ਦਿੱਤਾ। ਅਸੀਂ ਪੜ੍ਹਦੇ ਹਾਂ ਬਚਨ, ਹਾਲਾਂਕਿ ਅਸੀਂ ਪੜ੍ਹ ਕੇ ਛੱਡ ਦਿੰਦੇ ਹਾਂ। ਅਸੀਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਇਹਨਾਂ ਪੰਕਤੀਆਂ ਦੇ ਜੇ ਕਿਸੇ ਨੇ ਪੂਰੇ ਚੜੇ ਨੇ ਤੇ ਉਹ ਭਾਈ ਮਨੀ ਸਿੰਘ ਹੁਣੀ ਚੜੇ ਨੇ। ਉਹਨਾਂ ਨੇ ਆਪਣਾ ਤਨ ਵੀ, ਆਪਣਾ ਮਨ ਵੀ ਤੇ ਆਪਣਾ ਧਨ ਵੀ ਅਰਪਣ ਕਰ ਦਿੱਤਾ। ਸੋ ਇੱਥੇ ਜੰਗ ਹੁੰਦੀ ਰਹੀ। ਸਰਸਾ ਨਦੀ ਨੂੰ ਪਾਰ ਕਰਨ ਦਾ ਫੈਸਲਾ ਕਰ ਲਿਆ ਗਿਆ। ਜੇ ਗੁਰੂ ਮਹਾਰਾਜ ਉੱਥੇ ਰੁਕੇ ਸਨ ਤਾਂ ਉਹਦਾ ਕਾਰਨ ਇਹ ਸੀਗਾ ਕਿ ਇਸ ਨਦੀ ਦਾ ਬਹਾਵ ਜਿਹੜਾ ਹੈ ਥੋੜਾ ਜਿਹਾ ਘਟ ਜਾਏ। ਹੁਣ ਇੱਥੇ ਮੈਂ ਥੋੜਾ ਜਿਹਾ ਸਰਸਾ ਨਦੀ ਦਾ ਜ਼ਿਕਰ ਕਰਾਂਗਾ। ਇਹ ਬਰਸਾਤੀ ਨਦੀ ਹੈ। ਕੁਝ ਨਦੀਆਂ ਐਸੀਆਂ ਨੇ ਜੋ ਦਰਿਆਵਾਂ ਵਿੱਚੋਂ ਨਿਕਲ ਕੇ ਚੱਲਦੀਆਂ ਨੇ, ਉਹਨਾਂ 'ਚ ਸਾਰਾ ਸਾਲ ਪਾਣੀ ਰਹਿੰਦਾ। ਕੁਝ ਨਦੀਆਂ ਐਸੀਆਂ ਨੇ, ਵੈਸੇ ਸਾਡੇ ਇਤਿਹਾਸ ਵਿੱਚ ਇਹਨੂੰ ਨਾਲਾ ਆਖਿਆ। ਨਾਲਾ ਦਾ ਭਾਵ ਹੈ ਛੋਟੀ ਨਦੀ, ਬਰਸਾਤੀ ਨਦੀ। ਇਹ ਪਹਾੜਾਂ 'ਚੋਂ ਨਿਕਲਦੀ ਸੀ, ਪਹਾੜਾਂ 'ਚੋਂ ਨਿਕਲ ਕੇ ਇਹ ਸਤਲੁਜ ਦਰਿਆ ਵਿੱਚ ਪੈਂਦੀ ਸੀ। ਸੋ ਉਹਨਾਂ ਦਿਨਾਂ ਵਿੱਚ ਪਹਾੜਾਂ ਦੇ ਵਿੱਚ ਬਾਰਿਸ਼ ਹੋਈ। ਬਾਰਿਸ਼ ਹੋਣ ਕਰਕੇ ਇਸ ਨਦੀ ਦੇ ਵਿੱਚ ਬੜੀ ਤੇਜ਼ ਗਤੀ ਦੇ ਨਾਲ ਪਾਣੀ ਆ ਗਿਆ, ਜਿਸ ਕਰਕੇ ਇਹ ਨਦੀ ਜਿਹੜੀ ਹੈ ਰੁਕਾਵਟ ਦਾ ਕਾਰਨ ਬਣ ਗਈ। ਪਰ ਫਿਰ ਵੀ ਸਤਿਗੁਰੂ ਜੀ ਨੇ ਇਸ ਨਦੀ ਨੂੰ ਪਾਰ ਕਰਨ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਆਪਣਾ ਘੋੜਾ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਨਦੀ ਦੇ ਵਿੱਚ ਠੱਲ ਦਿੱਤਾ। ਇਤਿਹਾਸ ਨੇ ਇੱਥੋਂ ਤੱਕ ਵੀ ਲਿਖਿਆ ਹੈ ਕਿ ਗੁਰੂ ਮਹਾਰਾਜ ਨੇ ਨਦੀ ਦੇ ਵਿਚਕਾਰ ਘੋੜਾ ਖੜਾ ਕਰਕੇ ਦੁਸ਼ਮਣਾਂ ਤੇ ਤੀਰ ਵੀ ਮਾਰੇ। ਕੈਸੇ ਹੋਣਗੇ ਸਾਡੇ ਸਤਿਗੁਰੂ ਜੀ? ਉਹਨਾਂ ਦਾ ਜਿਹੜਾ ਆਪਣਾ ਵਕਤਤਵ ਹੈ ਉਹ ਕੈਸਾ ਹੋਵੇਗਾ ਕਿ ਉਹ ਨਦੀ ਦੇ ਵਿਚਕਾਰ ਤੇਜ਼ ਧਾਰ ਪਾਣੀ ਦੇ ਵਿੱਚ ਘੋੜਾ ਖੜਾ ਕਰਕੇ ਦੁਸ਼ਮਣਾਂ ਤੇ ਤੀਰ ਚਲਾ ਰਹੇ ਹਨ, ਦੁਸ਼ਮਣਾਂ ਤੇ ਨਿਸ਼ਾਨੇ ਮਾਰ ਰਹੇ ਹਨ। ਇਤਿਹਾਸ ਕਹਿੰਦਾ ਹੈ ਕਈ ਜਰਨੈਲ ਉਹਨਾਂ ਨੇ ਸਰਸਾ ਨਦੀ ਦੇ ਵਿਚਕਾਰ ਖੜੇ ਹੋ ਕੇ ਤੀਰ ਮਾਰ ਕੇ ਮਾਰ ਦਿੱਤੇ। ਪਰ ਇਹ ਵੀ ਹਾਲਾਤ ਬਾਤੋਂ ਬੱਤਰ ਹੋ ਗਏ। ਵਹਾਅ ਬੜਾ ਤੇਜ਼ ਸੀਗਾ। ਕੁਝ ਸਿੰਘ ਪਾਣੀ ਦੀ ਭੇਟ ਚੜ ਗਏ, ਕੁਝ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ, ਕਈਆਂ ਕੋਲ ਦਰਿਆ ਪਾਰ ਨਾ ਕੀਤਾ ਗਿਆ, ਕੁਝ ਧੁੰਦ ਦੇ ਕਾਰਨ ਰਸਤਾ ਭਟਕ ਗਏ। ਇਸ ਤਰੀਕੇ ਦੇ ਨਾਲ ਇਤਿਹਾਸ ਨੇ ਲਿਖਿਆ ਹੈ ਕਿ ਇੱਥੇ ਸਾਰੀ ਵਹੀਰ ਜਿਹੜੀ ਹੈ ਉਹ 3 ਹਿੱਸਿਆਂ ਦੇ ਵਿੱਚ ਵੰਡੀ ਗਈ। ਇੱਕ ਹਿੱਸਾ ਜਿਸ ਦੀ ਅਗਵਾਈ ਭਾਈ ਮਨੀ ਸਿੰਘ ਕਰ ਰਹੇ ਸਨ, ਇੱਕ ਹਿੱਸਾ ਜਿਹਦੀ ਅਗਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਸਨ, ਤੇ ਇੱਕ ਹਿੱਸਾ ਉਹ ਬਣ ਗਿਆ ਜਿਹਦੀ ਅਗਵਾਈ ਮਾਤਾ ਗੁਜਰ ਕੌਰ ਜੀ ਕਰ ਰਹੇ ਸਨ। ਮਾਤਾ ਗੁਜਰ ਕੌਰ ਜੀ ਕੋਲੋਂ ਦਰਿਆ ਪਾਰ ਨਾ ਹੋਇਆ, ਇਹ ਸਰਸਾ ਨਦੀ ਪਾਰ ਨਾ ਹੋਈ। ਉਹ ਧੁੰਦ ਦੇ ਉਸ ਵੇਲੇਵੇਂ ਦੇ ਵਿੱਚ ਆ ਕੇ ਦਰਿਆ ਦੇ ਸਰਸਾ ਨਦੀ ਦੇ ਕਿਨਾਰੇ ਕਿਨਾਰੇ ਚੱਲਣ ਲੱਗੇ। ਇਹਦਾ ਜ਼ਿਕਰ ਮੈਂ ਬਾਅਦਾਂ 'ਚ ਕਰਾਂਗਾ। ਹੁਣ ਸਾਡੀ ਇੱਥੇ ਜਿਹੜੀ ਵਿਚਾਰ ਹੈ ਉਹ 3 ਹਿੱਸਿਆਂ 'ਚ ਵੰਡੀ ਗਈ। ਮੈਂ ਉਹਦਾ ਇੱਕ ਇੱਕ ਕਰਕੇ ਜ਼ਿਕਰ ਕਰਾਂਗਾ। ਪਹਿਲਾਂ ਅਸੀਂ ਸਾਰਾ ਤੋਂ ਪਹਿਲਾਂ ਜ਼ਿਕਰ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਸ ਦੀ ਅਗਵਾਈ ਉਹ ਕਰ ਰਹੇ ਸਨ। ਫਿਰ ਅਸੀਂ ਜ਼ਿਕਰ ਕਰਾਂਗੇ ਉਸ ਦਾ ਜਿਹਦੀ ਅਗਵਾਈ ਭਾਈ ਮਨੀ ਸਿੰਘ ਮਾਤਾ ਦੇ ਜਥੇ ਦੀ ਕਰ ਰਹੇ ਸੀ, ਜਿਹੜੇ ਜਥੇ ਵਿੱਚ ਮਾਤਾਵਾਂ ਸਨ। ਫਿਰ ਅਸੀਂ ਮਾਤਾ ਗੁਜਰ ਕੌਰ ਵਾਲੇ ਜਿਹੜਾ ਜਥਾ ਹੈ ਜਿਸ ਬੰਨੇ ਉਹ ਤੁਰ ਗਏ, ਉਹਦੀ ਜਿਹੜੀ ਹੈ ਗੱਲ ਕਰਾਂਗੇ। ਇਸ ਕਰਕੇ ਇੱਥੇ ਇਸ ਨੁਕਤੇ ਨੂੰ ਸਾਰੇ ਜਾਣੇ ਪਕੜ ਕੇ ਰੱਖਿਓ ਕਿ ਸਰਸਾ ਨਦੀ ਤੇ ਹੋਈ ਗਹਿ ਗਾਚੇ ਜੰਗ ਦੇ ਵਿੱਚ ਗੁਰੂ ਕਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਤੇ ਸਾਡੇ ਇਤਿਹਾਸ 'ਚ ਇਹ ਗੱਲ ਲਿਖੀ ਗਈ ਕਿ ਗੁਰੂ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਨੇ ਸਰਸਾ ਨੂੰ ਆਖਿਆ, ਸਰਸਾ ਤੂੰ ਮੇਰੇ ਪਰਿਵਾਰ ਨਾਲ, ਸਾਡੇ ਨਾਲ, ਗੁਰੂ ਕੇ ਸਿੰਘਾਂ ਨਾਲ ਚੰਗੀ ਨਹੀਂ ਕੀਤੀ। ਤੇ ਇਤਿਹਾਸ ਵਿੱਚ ਇੱਥੋਂ ਤੱਕ 2 ਅਸਥਾਨ ਐਸੇ ਨੇ ਤੇ 2 ਬੰਦੇ ਐਸੇ ਨੇ ਜਿਨ੍ਹਾਂ ਨੂੰ ਇਤਿਹਾਸ ਨੇ ਬੜਾ ਦੁਰਕਾਰਿਆ। ਇੱਕ ਤੇ ਸਰਹੰਦ ਤੇ ਇੱਕ ਸਰਸਾ। ਇਹਦਾ ਜਿਹੜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇਹਨਾਂ ਦੋਵਾਂ ਨੂੰ ਗੁਰੂ ਮਾਰੀ ਆਖਿਆ ਗਿਆ। ਸਰਹੰਦ ਨੂੰ ਵੀ ਗੁਰੂ ਮਾਰੀ ਆਖਿਆ ਗਿਆ, ਸਰਸਾ ਨੂੰ ਵੀ ਗੁਰੂ ਮਾਰੀ ਆਖਿਆ ਗਿਆ। ਸਾਡੇ ਇਤਿਹਾਸ, ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਦੱਸਿਆ ਕਰਦੇ ਸਨ ਤੇ ਕਈ ਥਾਵਾਂ ਤੇ ਲਿਖਿਆ ਵੀ ਹੈ ਕਿ ਜਿਹੜੇ ਲੋਕ ਸਰਹੰਦ ਜਾਇਆ ਕਰਦੇ ਸਨ ਉੱਥੇ ਉਹ 5 ਇੱਟਾਂ ਤੋੜ ਕੇ ਆਇਆ ਕਰਦੇ ਸਨ, ਤੇ ਜਿਹੜੇ ਲੋਕ ਸਰਸਾ ਨਦੀ ਪਾਰ ਕਰਿਆ ਕਰਦੇ ਸਨ ਉਹ ਆਪਣਾ ਛਿੱਤਰ ਲਾ ਕੇ 5 ਛਿੱਤਰ ਨਦੀ ਦੇ ਮਾਰਿਆ ਕਰਦੇ ਸਨ ਕਿ ਤੂੰ ਗੁਰੂ ਮਾਰੀ ਹੈ। ਇਹਨਾਂ ਜਿਹੜਾ ਹੈ ਸਿੱਖਾਂ ਦੇ ਮਨ ਵਿੱਚ ਦੁੱਖ ਸੀਗਾ। ਮੈਂ ਥੋੜੇ ਦਿਨ ਪਹਿਲਾਂ ਇੱਕ ਕਿਤਾਬ ਪੜ੍ਹ ਰਿਹਾ ਸੀਗਾ। ਉਹ ਕਿਤਾਬ
ਇੱਕ ਧੰਨਾ ਸਿੰਘ ਯਾਤਰੂ ਦੀ ਹੈ ਜਿਹੜੀ 1934 ਦੇ ਵਿੱਚ ਲਿਖੀ ਗਈ ਹੈ। ਉਹ ਇੱਕ ਇਤਿਹਾਸਕਾਰ ਹੋਇਆ, ਤੁਸੀਂ ਗੂਗਲ ਤੇ ਸਰਚ ਕਰੋਗੇ ਉਹਦੀਆਂ ਤਸਵੀਰਾਂ ਆ ਜਾਣਗੀਆਂ। ਉਹਨੇ ਸਾਰਾ ਜਿਹੜਾ ਭਾਰਤ ਹੈ ਜਿੱਥੇ ਜਿੱਥੇ ਗੁਰੂ ਸਾਹਿਬਾਨ ਜਾਂ ਗਏ ਨੇ ਸਿੰਘ, ਉਹਨਾਂ ਦੀ ਯਾਤਰਾ ਸਾਈਕਲ ਦੇ ਨਾਲ ਕੀਤੀ ਹੈ ਤੇ ਉਹਦਾ ਇਤਿਹਾਸ ਲਿਖਿਆ ਹੈ। ਉਹ ਜਦੋਂ ਸਰਸਾ ਨਦੀ ਪਾਰ ਕਰਦਾ, ਇਹ ਗੱਲ 1934 ਦੀ ਹੈ। ਭਾਵ ਮੈਂ ਇਹ ਗੱਲ ਕਿਉਂ ਸੁਣਾ ਰਿਹਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਸਾਡੇ ਬਜ਼ੁਰਗਾਂ ਦਾ ਸਰਸਾ ਨਦੀ ਦੇ ਪ੍ਰਥਾਏ ਨਜ਼ਰੀਆ ਕੀ ਸੀ। ਅੱਜ ਬੜੀ ਡਿਵੈਲਪਮੈਂਟ ਹੋ ਗਈ ਹੈ, ਇਸ ਕਰਕੇ ਉੱਥੇ ਜੋ ਉਸ ਵੇਲੇ ਹਾਲਾਤ ਸਨ ਅੱਜ ਨਜ਼ਰ ਨਹੀਂ ਆਉਂਦੇ। ਮੈਂ ਇਹ ਗੱਲ ਇਸ ਕਰਕੇ ਕੋਟ ਕਰ ਰਿਹਾ। ਉਹਨੇ ਲਿਖਿਆ ਕਿ ਜਦੋਂ ਉਹਨੇ ਆਪਣੇ ਸਾਈਕਲ ਦੇ ਨਾਲ ਇਹ ਦਰਿਆ ਪਾਰ ਕਰਨਾ ਸੀ, ਉਦੋਂ ਤੇ ਕੱਚਾ ਪੁਲ ਸੀਗਾ, ਉਹਨੇ ਆਪਣਾ ਸਾਈਕਲ ਰੋਕ ਦਿੱਤਾ, ਆਪਣਾ ਛਿੱਤਰ ਲਾਇਆ ਅਤੇ 5 ਛਿੱਤਰ ਜਿਹੜੇ ਹਨ ਉਹ ਸਰਸਾ ਨਦੀ ਨੂੰ ਮਾਰੇ ਕਿ ਤੂੰ ਗੁਰੂ ਮਾਰੀ ਹੈ, ਤੂੰ ਸਾਡੇ ਗੁਰੂ ਦਾ ਪਰਿਵਾਰ ਇੱਥੇ ਵਿਛੋੜ ਦਿੱਤਾ ਸੀਗਾ। ਇਵੇਂ ਹੀ ਸਰਹੰਦ ਬਾਰੇ ਹੈ, ਜਿੱਥੇ ਸਿੱਖਾਂ ਨੇ ਖੋਤਿਆਂ ਦੇ ਹਲ ਚਲਾਏ, ਜਿੱਥੇ ਸਿੱਖਾਂ ਨੇ ਉਸ ਸਰਹੰਦ ਦੀਆਂ ਇੱਟਾਂ ਜਿਹੜੀਆਂ ਹਨ ਉਹਨਾਂ ਨੂੰ ਤੋੜਿਆ ਜਾਂ ਉਹਦੀਆਂ ਇੱਟਾਂ ਜਿਹੜੀਆਂ ਨੂੰ ਤੋੜ ਕੇ ਸੁੱਟ ਕੇ ਆਉਂਦੇ ਰਹੇ। ਭਾਵ ਇਹ ਤੇ ਅਸਥਾਨ ਸਨ ਤੇ 2 ਬੰਦੇ, ਇੱਕ ਗੰਗੂ ਬ੍ਰਾਹਮਣ ਤੇ ਇੱਕ ਸੁਚਾਨੰਦ। ਇਹ ਦੋਵੇਂ ਬੰਦੇ ਵੀ ਸਿੱਖਾਂ ਦੀ ਘਿਰਣਾ ਦਾ ਸ਼ਿਕਾਰ ਹੋਏ। ਜੇ ਕੋਈ ਪਿੰਡਾਂ ਵਿੱਚ ਜਾਂ ਸਿੱਖਾਂ ਦੇ ਵਿੱਚ ਕੋਈ ਮਾੜਾ ਕੰਮ ਕਰਦਾ ਸੀ ਤੇ ਲੋਕ ਉਹਨੂੰ ਸੁਚਾਨੰਦ ਆਖਿਆ ਕਰਦੇ ਸਨ ਕਿ ਤੂੰ ਸੁਚਾਨੰਦ ਹੈ ਜਾਂ ਤੂੰ ਗੰਗੂ ਬ੍ਰਾਹਮਣ ਹੈ। ਇੰਨੀ ਨਫ਼ਰਤ ਦਾ ਸ਼ਿਕਾਰ ਹੋਏ ਸਨ। ਖੈਰ, ਗੁਰੂ ਮਹਾਰਾਜ ਨੇ ਸਰਸਾ ਨਦੀ ਪਾਰ ਕੀਤੀ ਹੈ। ਜਦੋਂ ਸਰਸਾ ਨਦੀ ਪਾਰ ਕੀਤੀ ਹੈ ਤਾਂ ਅਗਲੇ ਪਾਸੇ ਜਿਹੜੇ ਰੋਪੜ ਦੇ ਪਠਾਨ ਸਨ, ਰੋਪੜੀਏ ਪਠਾਨ ਉਹਨਾਂ ਨੂੰ ਆਖਿਆ ਗਿਆ ਹੈ। ਇਹ ਪਹਿਲਾਂ ਗੁਰੂ ਦਰਬਾਰ ਵਿੱਚ ਨੌਕਰੀ ਕਰਿਆ ਕਰਦੇ ਸਨ। ਤੁਹਾਨੂੰ ਯਾਦ ਹੋਵੇਗਾ ਪਿਛਲੀ ਵਾਰੀ ਮੈਂ ਇਹ ਗੱਲ ਤੁਹਾਨੂੰ ਸੁਣਾਈ ਸੀ ਕਿ ਜਦੋਂ ਭੰਗਾਣੀ ਦੀ ਜੰਗ ਹੋਈ ਹੈ ਤੇ ਉਸ ਜੰਗ ਦੇ ਵਿੱਚ ਕੁਝ ਪਠਾਨ ਜਿਹੜੇ ਔਰੰਗਜ਼ੇਬ ਦੀ ਫੌਜ ਵਿੱਚੋਂ ਕੱਢੇ ਹੋਏ ਸਨ, ਉਹ ਗੁਰੂ ਮਹਾਰਾਜ ਦੇ ਆ ਕੇ ਨੌਕਰ ਹੋ ਗਏ ਸਨ। ਉਹਨਾਂ ਵਿੱਚੋਂ ਕੁਝ ਰੋਪੜ ਦੇ ਪਠਾਨ ਵੀ ਸਨ ਜਿਹੜੇ ਨੌਕਰ ਆ ਗਏ ਸਨ, ਪਰ ਉਹ ਸਮਾਂ ਤਾਣ ਕੇ ਗੁਰੂ ਮਹਾਰਾਜ ਨੂੰ ਧੋਖਾ ਦੇ ਕੇ ਭੱਜ ਗਏ ਸਨ। ਜਦੋਂ ਜੰਗ ਹੋਣ ਲੱਗੀ ਤਾਂ ਫਿਰ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਚੇਲਿਆਂ ਨੇ ਆ ਕੇ ਗੁਰੂ ਮਹਾਰਾਜ ਦੀ ਮਦਦ ਕੀਤੀ ਸੀ। ਉਹਨਾਂ ਵਿੱਚੋਂ ਹੀ ਇਹ ਰੋਪੜੀਏ ਪਠਾਨ ਸਨ। ਇਹਨਾਂ ਵੀ ਮੌਕੇ ਨੂੰ ਜਿਹੜਾ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਸੋਚਿਆ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਾਂਗੇ ਤਾਂ ਵੱਡੇ ਇਨਾਮ ਮਿਲਣਗੇ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਫੜ ਲਾਂਗੇ ਵੱਡੇ ਇਨਾਮ ਮਿਲਣਗੇ। ਇਹਨਾਂ ਨੇ ਵੀ ਹਮਲਾ ਕਰ ਦਿੱਤਾ, ਪਰ ਗੁਰੂ ਮਹਾਰਾਜ ਨੇ ਇਹਨਾਂ ਦੇ ਹਮਲੇ ਨੂੰ ਤੋੜ ਦਿੱਤਾ। ਇਹ ਸਾਰੇ ਦੇ ਸਾਰੇ ਡਰਦੇ ਹੋਏ ਹਾਰ ਕੇ ਭੱਜ ਗਏ। ਇੱਥੋਂ ਗੁਰੂ ਮਹਾਰਾਜ, ਗੁਰੂ ਕਲਗੀਧਰ ਮਹਾਰਾਜ ਕੋਟਲੇ ਪਹੁੰਚੇ। ਕੋਟਲੇ ਇੱਕ ਮੁਸਲਮਾਨ ਪਰਿਵਾਰ ਜਿਹਦਾ ਨਾਮ ਨਿਹੰਗ ਖਾਂ ਹੈ, ਇਹਨਾਂ ਦਾ ਬਾਪ ਨੁਰੰਗ ਖਾਂ ਹੈ। ਇਹ ਨੁਰੰਗ ਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਤੋਂ ਗੁਰੂ ਘਰ ਦਾ ਸ਼ਰਧਾਲੂ ਹੈ। ਦੇਖੋ, ਇੱਕ ਪਾਸੇ ਉਹ ਮੁਸਲਮਾਨ ਵੀ ਹਨ, ਇੱਕ ਪਾਸੇ ਉਹ ਹਿੰਦੂ ਵੀ ਹਨ ਜਿਹੜੇ ਗੁਰੂ ਮਹਾਰਾਜ ਜੀ ਦੇ ਖੂਨ ਦੇ ਪਿਆਸੇ ਹਨ, ਪਰ ਇੱਕ ਪਾਸੇ ਉਹ ਵੀ ਹਿੰਦੂ ਤੇ ਮੁਸਲਮਾਨ ਹਨ ਜਿਹੜੇ ਆਪਣੀ ਜਾਨ ਵਾਰ ਕੇ ਗੁਰੂ ਮਹਾਰਾਜ ਜੀ ਦੀ ਮਦਦ ਕਰਨੀ ਚਾਹੁੰਦੇ ਹਨ। ਉਹਨਾਂ ਵਿੱਚੋਂ ਇਹ ਭਾਈ ਨੁਰੰਗ ਖਾਂ ਦੇ ਪਰਿਵਾਰ ਵਿੱਚੋਂ ਨਿਹੰਗ ਖਾਂ ਗੁਰੂ ਮਹਾਰਾਜ ਦੇ ਘਰ ਪਹੁੰਚੇ। ਅੱਜ ਉਸ ਜਗ੍ਹਾ ਨੂੰ ਕੋਟਲਾ ਨਿਹੰਗ ਖਾਂ ਆਖਿਆ ਜਾਂਦਾ ਹੈ। ਉੱਥੇ ਪਹੁੰਚੇ, ਇਹਨੇ ਆਪਣੀ ਹਵੇਲੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਹ ਬੜਾ ਵੱਡਾ ਰਹੀਸ ਸੀਗਾ, ਉਹ ਉਸ ਇਲਾਕੇ ਦਾ ਇਹ ਜਿਹੜਾ ਰਹੀਸ ਸੀਗਾ, ਇਹਨੇ ਆਪਣੀ ਹਵੇਲੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਸਾਰੇ ਸਿੰਘ ਉਸ ਹਵੇਲੀ ਦੇ ਅੰਦਰ ਚਲੇ ਗਏ। ਇਸ ਨੇ ਆਪਣੀ ਹਵੇਲੀ ਦੀ ਜਿਹੜੀ ਸਭ ਤੋਂ ਸੇਫ ਜਗ੍ਹਾ ਸੀ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸਣ ਲਾਇਆ। ਯਾਦ ਰੱਖਿਓ, ਇੱਥੇ ਅੱਜ ਪਹਿਲੀ ਵਾਰੀ ਨਹੀਂ ਗੁਰੂ ਮਹਾਰਾਜ ਆਏ, ਅੱਜ ਚੌਥੀ ਵਾਰੀ ਇਸ ਨਿਹੰਗ ਖਾਂ ਦੇ ਘਰੇ ਆਏ ਨੇ। ਪਹਿਲੀ ਵਾਰੀ ਉਦਣ ਆਏ ਸਨ ਜਦੋਂ ਭੰਗਾਣੀ ਦੀ ਜੰਗ ਜਿੱਤ ਕੇ ਆਏ ਸਨ ਤੇ ਇਸ ਨਿਹੰਗ ਖਾਂ ਨੇ ਆਪਣੇ ਘਰੇ ਗੁਰੂ ਮਹਾਰਾਜ ਨੂੰ ਸੱਦਿਆ। ਦੂਜੀ ਵਾਰੀ ਉਦਣ ਆਏ ਸਨ ਜਦੋਂ ਨਿਹੰਗ ਖਾਂ ਦੇ ਪੁੱਤਰ ਦਾ ਵਿਆਹ ਸੀਗਾ, ਉਹਦਾ ਨਾਮ ਸੀ ਆਲਮ ਖਾਂ। ਇਹ ਆਲਮ ਖਾਂ ਦਾ ਵਿਆਹ ਸੀਗਾ। ਨਿਹੰਗ ਖਾਂ ਆਪ ਆਪਣੀ ਆਪਣੀ ਘਰਵਾਲੀ ਅਤੇ ਆਪਣੀ ਧੀ ਮੁਮਤਾਜ਼ ਦੇ ਨਾਲ ਆਨੰਦਪੁਰ ਗਿਆ ਸੀ। ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਦਾ ਦੇ ਕੇ ਆਇਆ, ਰਾਤ ਰਹਿ ਕੇ ਆਇਆ। ਮਹਾਰਾਜ ਮੇਰੇ ਘਰੇ ਆਇਓ, ਮੇਰੇ ਪੁੱਤ ਦਾ ਨਿਕਾਹ ਹੈ। ਇਸ ਦੇ ਪੁੱਤ ਦੇ ਨਿਕਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੂਜੀ ਵਾਰੀ ਆਏ। ਤੀਜੀ ਵਾਰੀ ਉਦਣ ਆਏ ਜਿੱਦਣ ਸਾਡੇ ਇੱਥੇ ਕੁਰਸ਼ੇਤਰ ਆਏ ਸਨ। ਕੁਰਸ਼ੇਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਆਏ ਸਨ। ਉੱਥੇ ਪੀਰ ਬੁੱਧੂ ਸ਼ਾਹ ਦੇ ਸਾਲੇ ਨੇ ਜਦੋਂ ਹਮਲਾ ਕੀਤਾ ਸੀਗਾ
ਤੇ ਉਹ ਪ੍ਰਭਾਵਿਤ ਹੋ ਗਿਆ ਆਪਣੀ ਭੈਣ ਦੀਆਂ ਗੱਲਾਂ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਿਆ। ਤੇ ਤੀਜੀ ਵਾਰ ਫਿਰ ਇਸ ਨਿਹੰਗ ਖਾਂ ਦੇ ਘਰੇ ਗਏ। ਅੱਜ ਚੌਥੀ ਵਾਰ ਜਦੋਂ ਸਰਸਾ ਨਦੀ ਤੋਂ ਗਏ ਨੇ, ਅੱਜ ਚੌਥੀ ਵਾਰ ਇਸ ਨਿਹੰਗ ਖਾਂ ਦੇ ਘਰੇ ਗਏ। ਮੈਂ ਇਹ ਗੱਲਾਂ ਇਸ ਕਰਕੇ ਦੱਸੀਆਂ ਹਨ ਕਿ ਇਹ ਜਿਹੜੇ ਮੁਸਲਮਾਨ ਸ਼ਰਧਾਲੂ ਗੁਰੂ ਘਰ ਦੀ ਮਦਦ ਕਰ ਰਹੇ ਹਨ, ਇਹ ਇੱਕਦਮ ਨਹੀਂ ਕਰ ਰਹੇ, ਇਹ ਲੰਮੇ ਸਮੇਂ ਤੋਂ ਪੁਸ਼ਤਾਂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਹਨ। ਇਹਦਾ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ। ਇਸ ਨਿਹੰਗ ਖਾਂ ਨੇ ਬੜੀ ਵੱਡੀ ਮਦਦ ਕੀਤੀ ਹੈ। ਅੱਗੇ ਜਿੰਨੇ ਵੀ ਮੁਸਲਮਾਨ ਮਦਦਗਾਰ ਆਉਣਗੇ, ਅੱਗੇ ਸਰਸਾ ਨਦੀ ਤੋਂ ਅੱਗੇ, ਉਹ ਸਾਰੇ ਦੇ ਸਾਰੇ ਇਹਦੇ ਪਰਿਵਾਰ ਨਾਲ ਕਿਤੇ ਨਾ ਕਿਤੇ ਜੁੜਦੇ ਹੋਣਗੇ। ਗਨੀ ਖਾਂ, ਨਬੀ ਖਾਂ ਦਾ ਜ਼ਿਕਰ ਅੱਗੇ ਆਏਗਾ, ਯਾਦ ਰੱਖਿਓ। ਇੱਥੋਂ ਫਿਰ ਮੈਂ ਉਹਨਾਂ ਦਾ ਰਿਸ਼ਤਾ ਦੱਸਾਂਗਾ ਕਿ ਇਹਦੇ ਨਾਲ ਕੀ ਰਿਸ਼ਤਾ ਹੈ। ਇਹ ਗੱਲਾਂ ਬੜੀਆਂ ਜ਼ਰੂਰੀ ਨੇ ਜੇ ਇਤਿਹਾਸ ਨੂੰ ਸਮਝਣਾ ਹੈ। ਸੋ ਉਹਨੇ ਕੀ ਕੀਤਾ, ਆਸਣ ਲਾ ਦਿੱਤਾ, ਹਾਲ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਮਹਾਰਾਜ ਅੱਜ ਕਿਵੇਂ ਆਏ ਹੋ। ਤਾਂ ਜਦੋਂ ਸਾਰਾ ਹਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਤਾਂ ਕਹਿੰਦੇ ਉਹਦਾ ਪਰਿਵਾਰ ਅਥਰੂ ਬਹਿ ਕੇ ਰੋ ਉੱਠਿਆ ਕਿ ਮਹਾਰਾਜ ਇਹ ਸਾਡੇ ਬੰਦੇ ਕਿਆ ਕਰ ਰਹੇ ਨੇ ਤੁਹਾਡੇ ਨਾਲ, ਕਿਉਂਕਿ ਹੈ ਤੇ ਉਹਨਾਂ ਦੇ ਭਰਾ ਸਨ। ਇਹ ਵੀ ਇੱਕ ਰਹੀਸਦਾਰ ਸੀਗਾ, ਅਮੀਰ ਜ਼ਿਆਦਾ ਸੀਗਾ। ਸਰਕਾਰੇ ਦਰਬਾਰੇ ਇਹਦੇ ਵੀ ਪੁੱਛਗਿੱਛ ਸੀ। ਕਹਿੰਦੇ ਮਹਾਰਾਜ ਇਹ ਸਾਡੇ ਬੰਦੇ ਕਿਆ ਕਰ ਰਹੇ ਹਨ, ਇਹ ਕਿਹੜੇ ਰਸਤੇ ਪੈ ਗਏ ਹਨ, ਇਹ ਤੁਹਾਡੇ ਨਾਲ ਇੰਨਾ ਕਹਿਰ ਕਿਉਂ ਕਮਾ ਰਹੇ ਹਨ। ਬੜੀਆਂ ਗੱਲਾਂ ਹੋਈਆਂ। ਇਹ ਗੱਲਾਂ ਕਰਦਿਆਂ ਕਾਫੀ ਸਮਾਂ ਗੁਜ਼ਰ ਗਿਆ। ਇਹਨੇ ਨੂੰ ਪਿੱਛੋਂ ਬਾਬਾ ਅਜੀਤ ਸਿੰਘ, ਬਾਬਾ ਅਚਿੱਤਰ ਸਿੰਘ ਨੂੰ ਲੈ ਕੇ, ਬਾਬਾ ਬਚਿੱਤਰ ਸਿੰਘ ਨੂੰ ਲੈ ਕੇ ਘੋੜੇ ਤੇ ਆਏ। ਭਾਈ ਬਚਿੱਤਰ ਸਿੰਘ, ਉਹਨਾਂ ਦੇ ਸਰੀਰ ਸਾਰਾ ਲਹੂ ਲੁਹਾਨ ਹੋਇਆ ਸੀਗਾ। ਸਰੀਰ ਦੇ ਉੱਪਰ ਤਲਵਾਰਾਂ ਦੇ ਘਾਵ, ਤੀਰਾਂ ਦੇ ਘਾਵ, ਪਤਾ ਨਹੀਂ ਕਿੰਨੇ ਘਾਵ ਲੱਗੇ ਹੋਏ ਸਨ। ਸਾਰੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ। ਇੱਥੇ ਗੱਲ ਬੜੀ ਸੁਣਨ ਵਾਲੀ ਹੈ। ਕਹਿੰਦੇ ਜਿਹੜੇ ਆਸਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ ਉਹ ਉੱਠ ਖਲੋਤੇ ਤੇ ਉਸ ਆਸਣ ਤੇ ਉਹਨਾਂ ਨੇ ਭਾਈ ਬਚਿੱਤਰ ਸਿੰਘ ਨੂੰ ਪਾ ਦਿੱਤਾ। ਕੈਸਾ ਦਰਜਾ ਹੋਏਗਾ, ਸੋਚ ਕੇ ਵੇਖੋ। ਦੁਨੀਆ ਦੇ ਵਿੱਚ ਐਸਾ ਵਲੀ ਕਿੰਨਾ ਦਾ ਹੋਵੇਗਾ, ਐਸਾ ਗੁਰੂ ਕਿੰਨਾ ਦਾ ਹੋਵੇਗਾ ਜਿਹੜਾ ਆਪਣਾ ਆਸਣ ਛੱਡ ਕੇ ਆਪਣੇ ਸਿੱਖਾਂ ਨੂੰ ਆਪਣਾ ਆਸਣ ਦੇਵੇਗਾ। ਇਹ ਗੱਲ ਜੇ ਆਈ ਹੈ ਤਾਂ ਗੁਰੂ ਨਾਨਕ ਦੇ ਘਰ ਦੇ ਵਾਰਸਾਂ ਦੇ ਹੱਥ ਆਈ ਹੈ। ਸੋ ਉਹਨਾਂ ਨੇ ਆਪਣਾ ਆਸਣ ਛੱਡ ਦਿੱਤਾ। ਭਾਈ ਬਚਿੱਤਰ ਸਿੰਘ ਨੂੰ ਉਸ ਆਸਣ ਤੇ ਲਟਾਇਆ। ਭਾਈ ਬਚਿੱਤਰ ਸਿੰਘ ਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ। ਭਾਈ ਨਿਹੰਗ ਖਾਂ ਦਾ ਪਰਿਵਾਰ ਉਸੇ ਵੇਲੇ ਦਵਾ ਦਾਰੂ ਦਾ ਜੋ ਸਮਾਨ ਉਹਨਾਂ ਦੇ ਘਰੇ ਸੀਗਾ ਉਹ ਲੈ ਕੇ ਆ ਗਿਆ। ਉਹਨਾਂ ਨੇ ਭਾਈ ਬਚਿੱਤਰ ਸਿੰਘ ਦੇ ਸਰੀਰ ਨੂੰ ਗਰਮ ਪਾਣੀ ਦੇ ਨਾਲ, ਗਰਮ ਪਾਣੀ ਦੀਆਂ ਪੱਟੀਆਂ ਦੇ ਨਾਲ ਧੋਤਾ। ਇਤਿਹਾਸ ਨੇ ਇਹ ਵੀ ਲਿਖਿਆ ਹੈ ਕਿ ਸਤਿਗੁਰੂ ਜੀ ਨੇ ਆਪਣੇ ਹੱਥਾਂ ਦੇ ਨਾਲ ਭਾਈ ਬਚਿੱਤਰ ਸਿੰਘ ਦੇ ਸਰੀਰ ਤੇ ਲੱਗੇ ਹੋਏ ਜ਼ਖਮਾਂ ਨੂੰ ਧੋਇਆ, ਉਹਨਾਂ ਨੂੰ ਸਾਫ਼ ਕੀਤਾ ਤੇ ਭਾਈ ਬਚਿੱਤਰ ਸਿੰਘ ਨੂੰ ਹੌਸਲਾ ਦਿੱਤਾ, ਬਚਿੱਤਰ ਸਿੰਘ ਘਬਰਾ ਨਾ, ਅਸੀਂ ਤੇਰੇ ਨਾਲ ਹਾਂ, ਅਸੀਂ ਤੇਰੇ ਅੰਗ ਸੰਗ ਹਾਂ। ਭਾਈ ਬਚਿੱਤਰ ਸਿੰਘ ਨੇ ਗੁਰੂ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਹੌਸਲਾ ਬੰਨਿਆ ਤੇ ਉਹਨਾਂ ਲੱਗੇ ਹੋਏ ਘਾਵਾਂ ਦੇ ਦਰਦ ਨੂੰ ਸਹਿਆ ਅਤੇ ਇਸ ਤਰੀਕੇ ਦੇ ਨਾਲ ਉੱਥੇ ਉਹ ਰਾਤ ਜਿਹੜੀ ਹੈ, ਜਿਹੜਾ ਦਿਨ ਸਰਸਾ ਨਦੀ ਤੇ ਚੜ੍ਹਿਆ ਸੀ, ਉਸ ਤੋਂ ਅਗਲੀ ਜਿਹੜੀ ਰਾਤ ਹੈ ਉਹ ਨਿਹੰਗ ਖਾਂ ਦੇ ਘਰੇ ਬੀਤੀ। ਉਸ ਰਾਤ ਹੀ ਗੁਰੂ ਮਹਾਰਾਜ ਸਾਹਿਬਜ਼ਾਦਿਆਂ ਨੂੰ ਲੈ ਕੇ ਅਤੇ ਆਪਣੇ ਜਿੰਨੇ ਵੀ ਉੱਥੇ ਸਿੰਘ ਆਏ ਸਨ, ਜਿਨ੍ਹਾਂ ਦੀ ਗਿਣਤੀ 45 ਕੁ ਹੈ, ਭਾਈ ਬਚਿੱਤਰ ਸਿੰਘ ਜੀ ਨੂੰ ਉਹਨਾਂ ਦੇ ਘਰੇ ਛੱਡ ਕੇ ਉੱਥੋਂ ਨਿਕਲ ਗਏ। ਜਦੋਂ ਉੱਥੋਂ ਨਿਕਲੇ ਹਨ ਤਾਂ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਲਿਆ। ਭਾਵ ਨਿਹੰਗ ਖਾਂ ਦੇ ਘਰੋਂ ਜਦੋਂ ਨਿਕਲੇ ਹਨ ਤਾਂ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਨੂੰ ਵੇਖ ਲਿਆ, ਕਿਉਂਕਿ ਪਹਿਰਾਵੇ ਉਵੇਂ ਦੇ ਸਨ। ਇਸ ਕਰਕੇ ਕਿਸੇ ਨੇ ਉਸੇ ਵੇਲੇ ਜਾ ਕੇ ਰੋਪੜ ਦਾ ਜਿਹੜਾ ਕੋਤਵਾਲ ਹੈ ਉਹਦੇ ਕੋਲ ਸ਼ਿਕਾਇਤ ਕਰ ਦਿੱਤੀ। ਕਹਿੰਦੇ ਕੋਤਵਾਲ ਸਾਹਿਬ, ਤੁਹਾਨੂੰ ਪਤਾ ਨਹੀਂ ਨਿਹੰਗ ਖਾਂ ਦੇ ਘਰੇ ਤੇ ਰਾਤੀ ਸਿੰਘ ਰੁਕੇ ਸਨ। ਰਾਤੀ ਜਿਹੜੇ ਨੇ ਸਿੰਘਾਂ ਨੇ ਨਿਹੰਗ ਖਾਂ ਦੇ ਘਰੇ ਟਿਕਾਣਾ ਕੀਤਾ ਹੈ। ਜਿਹੜਾ ਇੱਕ ਤੁਸੀਂ ਗਾਣਾ ਸੁਣਿਆ ਹੋਵੇਗਾ ਜਾਂ ਇੱਕ ਅਖਾਣ ਸੁਣੀ ਹੋਏਗੀ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਇਹ ਇੱਥੋਂ ਸ਼ੁਰੂ ਹੋਇਆ ਸੀਗਾ। ਉਸ ਵਕਤ ਇਹ ਵਾਰਾਂ ਬਣੀਆਂ ਸਨ ਕਿ ਜਦੋਂ ਗੁਰੂ ਮਹਾਰਾਜ ਤੇ ਗੁਰੂ ਦੇ ਸਿੰਘ ਉਹਨਾਂ ਦਿਨਾਂ ਦੇ ਵਿੱਚ ਆਪਣਾ ਆਪ ਬਚਾਉਂਦੇ ਹੋਏ ਅਗਾਂਹ ਵੱਧ ਰਹੇ ਸਨ, ਉਦੋਂ ਪੱਤੇ ਵੀ ਉਹਨਾਂ ਦੀ ਖਬਰ ਦੇ ਰਹੇ ਸਨ। ਉਸੇ ਵੇਲੇ ਕੋਤਵਾਲ ਜਿਹੜਾ ਆਪਣੀ ਫੌਜ ਲੈ ਕੇ ਨਿਹੰਗ ਖਾਂ ਦੇ ਘਰੇ ਚੜ ਆਇਆ। ਉਹਨੇ ਸਾਰੇ ਘਰ ਦੀ ਤਲਾਸ਼ੀ ਲਈ, ਸਾਰਾ ਘਰ ਫੋੜ ਮਾਰਿਆ, ਪਰ ਉੱਥੋਂ ਕੁਝ ਨਾ ਲੱਭਾ। ਕੇਵਲ ਇੱਕ ਕੋਠੜੀ ਰਹਿ ਗਈ, ਜਿਸ ਕੋਠੜੀ ਦੇ ਵਿੱਚ ਭਾਈ ਬਚਿੱਤਰ ਸਿੰਘ ਤੇ ਉਹਦੀ ਬੇਟੀ ਨਿਹੰਗ ਖਾਂ ਦੀ ਬੇਟੀ ਮੁਮਤਾਜ਼ ਉਹਦੀ ਸੇਵਾ, ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਸੀ। ਭਾਈ ਨਿਹੰਗ ਖਾਂ ਨੂੰ ਪੁੱਛਿਆ ਗਿਆ, ਇਹਦਾ ਦਰਵਾਜ਼ਾ ਖੋਲੋ,
ਇਹ ਕੋਠੜੀ ਰਹਿ ਗਈ ਹੈ, ਇਹਦਾ ਦਰਵਾਜ਼ਾ ਖੋਲੋ, ਅਸੀਂ ਇਹਦੇ ਅੰਦਰ ਵੀ ਧੱਕਣਾ ਹੈ। ਤਾਂ ਨਿਹੰਗ ਖਾਂ ਉਸ ਕੋਤਵਾਲ ਨੂੰ ਕਹਿਣ ਲੱਗਾ, ਕੋਤਵਾਲ ਸਾਹਿਬ ਇਹਦਾ ਦਰਵਾਜ਼ਾ ਨਾ ਖੁਲਾਓ, ਇਹਦਾ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ, ਇਹਦੇ ਵਿੱਚ ਮੇਰੀ ਧੀ ਅਤੇ ਮੇਰਾ ਜਵਾਈ ਹੈ, ਮੇਰਾ ਦਮਾਦ ਹੈ। ਇਹ ਗੱਲ ਸੁਣ ਕੇ ਉਹ ਵੀ ਥੋੜਾ ਜਿਹਾ ਸ਼ਰਮਿੰਦਾ ਹੋਇਆ ਤੇ ਉੱਥੇ ਛੱਡ ਕੇ ਚਲਾ ਗਿਆ। ਕੈਸਾ ਉਸ ਮੁਸਲਮਾਨ ਸ਼ਰਧਾਲੂ ਦਾ ਦਿਲ ਹੋਵੇਗਾ ਕਿ ਉਸ ਨੇ ਆਪਣੀ ਅਣਵਿਆਹੀ ਧੀ, ਜਿਹਦਾ ਰਿਸ਼ਤਾ ਉਹਨੇ ਕੀਤਾ ਹੋਇਆ ਸੀਗਾ, ਉਹਨੂੰ ਇਹ ਲਫ਼ਜ਼ ਕਹਿ ਕੇ ਕਿ ਅੰਦਰ ਮੇਰਾ ਦਮਾਦ ਅਤੇ ਮੇਰੀ ਧੀ ਹੈ, ਭਾਈ ਬਚਿੱਤਰ ਸਿੰਘ ਦੀ ਰਾਖੀ ਕੀਤੀ ਤੇ ਆਪਣੀ ਵੀ ਰਾਖੀ ਕੀਤੀ, ਆਪਣੇ ਪਰਿਵਾਰ ਨੂੰ ਵੀ ਬਚਾਇਆ। ਸੋ ਇਸ ਤਰੀਕੇ ਦੇ ਨਾਲ ਉੱਥੇ ਉਹਨਾਂ ਦੀ ਮਦਦ ਕੀਤੀ ਗਈ। ਬਾਅਦਾਂ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਉੱਥੇ ਹੀ ਚੜ੍ਹਾਈ ਕਰ ਗਏ, ਉੱਥੇ ਹੀ ਆਪਣੇ ਸਵਾਸ ਤਿਆਗ ਗਏ। ਤਾਂ ਇਤਿਹਾਸ ਕਹਿੰਦਾ ਹੈ ਬੀਬੀ ਮੁਮਤਾਜ਼ ਨੇ ਫਿਰ ਨਿਕਾਹ ਨਹੀਂ ਕੀਤਾ, ਉਹ ਸਾਰੀ ਉਮਰ ਗੁਰੂ ਘਰ ਦੀ ਸੇਵਾ ਕਰਦੀ ਰਹੀ, ਸਿੱਖੀ ਦੇ ਸਿਧਾਂਤਾਂ ਦੀ ਆਪਣੇ ਪਰਿਵਾਰਾਂ ਦੇ ਵਿੱਚ ਪ੍ਰਚਾਰ ਕਰਦੀ ਰਹੀ, ਪ੍ਰਸਾਰ ਕਰਦੀ ਰਹੀ। ਇੱਥੋਂ ਜਦੋਂ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਸਨ, ਜਦੋਂ ਉਹਨਾਂ ਨੇ ਇਹ ਨਿਹੰਗ ਖਾਂ ਦੀ ਹਵੇਲੀ ਨੂੰ ਛੱਡਿਆ ਸੀ, ਤਾਂ ਨਿਹੰਗ ਖਾਂ ਨੇ ਆਪਣੇ ਪੁੱਤਰ ਆਲਮ ਖਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਭੇਜ ਦਿੱਤਾ ਸੀ। ਇਸ ਤਰੀਕੇ ਦੇ ਨਾਲ ਇੱਥੇ ਇਹ ਇੱਕ ਅਧਿਆਇ ਖਤਮ ਹੋ ਜਾਂਦਾ ਹੈ। ਦੂਜੇ ਬੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਚੱਲ ਕੇ ਅੱਗੇ ਇੱਕ ਪਿੰਡ ਦੇ ਵਿੱਚ ਪਹੁੰਚਦੇ ਹਨ, ਬਾਹਮਣ ਮਾਜਰਾ, ਬੂਰ ਮਾਜਰਾ, ਤੇ ਅੱਗੇ ਇੱਕ ਪਿੰਡ ਆਉਂਦਾ ਹੈ ਜਿੱਥੇ ਉਹ ਖੂਹ ਤੇ ਪਾਣੀ ਪੀਂਦੇ ਹਨ। ਸਾਰੇ ਸਿੰਘ ਪਾਣੀ ਪੀਂਦੇ ਹਨ, ਆਪਣਾ ਮੂੰਹ ਧੋਂਦੇ ਹਨ, ਆਪਣੇ ਆਪ ਨੂੰ ਸਾਫ਼ ਕਰਦੇ ਹਨ। ਇੱਥੇ ਆ ਕੇ ਇੱਕ ਸੂਈਆ ਜਿਹੜਾ ਹੈ ਉਹਨਾਂ ਨੂੰ ਆ ਕੇ ਮਿਲਦਾ ਹੈ। ਵੈਸੇ ਉਹ ਮੁਸਲਮਾਨ ਹੈ। ਤੁਸੀਂ ਦੇਖੋ ਕਈ ਵਾਰੀ ਮੈਂ ਇਹ ਗੱਲਾਂ ਇਸ ਕਰਕੇ ਤੁਹਾਨੂੰ ਦੱਸ ਰਿਹਾ, ਕਈ ਵਾਰੀ ਅਸੀਂ ਨਫ਼ਰਤ ਦਾ ਸ਼ਿਕਾਰ ਹੋ ਜਾਂਦੇ ਹਾਂ। ਸਿੱਖ ਧਰਮ ਦੀ ਨਫ਼ਰਤ ਕਿਸੇ ਨਾਲ ਨਹੀਂ ਹੈ। ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਜਿੱਥੇ ਸਾਨੂੰ ਇਹ ਸਿਖਾਇਆ ਗਿਆ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਿੱਖ ਧਰਮ ਜਿਹੜਾ ਹੈ ਜੇ ਕਿਸੇ ਦੇ ਨਾਲ ਨਫ਼ਰਤ ਕਰਦਾ ਹੈ ਤੇ ਉਹ ਬੁਰੇ ਦੇ ਨਾਲ, ਉਹਦੀ ਬੁਰਾਈ ਦੇ ਨਾਲ ਨਫ਼ਰਤ ਕਰਦਾ ਹੈ, ਉਹ ਬੰਦੇ ਨਾਲ ਨਫ਼ਰਤ ਨਹੀਂ ਕਰਦਾ। ਉਹਦੀ ਬੁਰਾਈ ਨੂੰ ਬੁਰਾ ਕਹਿੰਦਾ ਕਿ ਤੇਰੇ ਅੰਦਰ ਆ ਬੁਰਾਈ ਹੈ। ਹੁਣ ਜਦੋਂ ਉਸ ਖੂਹ ਤੇ ਮਹਾਰਾਜ ਖਲੋਤੇ ਤਾਂ ਉੱਥੇ ਇੱਕ ਸੂਈਆ ਆ ਗਿਆ। ਸੂਈਆ ਦਾ ਭਾਵ ਜਿਹੜਾ ਸਰਕਾਰ ਨੂੰ ਖਬਰ ਦਿੰਦਾ ਹੈ ਕਿ ਕਿੱਥੇ ਕੌਣ ਹੈ। ਉਹਨਾਂ ਦਿਨਾਂ ਦੇ ਵਿੱਚ ਬੜੇ ਸੂਈਏ ਸਰਕਾਰ ਨੇ ਛੱਡੇ ਹੋਏ ਸਨ ਪਿੰਡਾਂ ਦੇ ਵਿੱਚ, ਜਿਹੜੇ ਖਬਰ ਦਿਆ ਕਰਦੇ ਸਨ ਕਿ ਕਿੱਥੇ ਕਿੱਥੇ ਸਿੱਖ ਜਾ ਰਹੇ ਹਨ। ਇਸ ਸੂਈਏ ਨੇ ਕੀ ਕੀਤਾ, ਸਰਕਾਰ ਨੂੰ ਤੇ ਕੀ ਖਬਰ ਦੇਣੀ ਹੈ, ਉਲਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਦਿੱਤੀ। ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸ਼ਰਧਾਲੂ ਹਾਂ, ਵੈਸੇ ਮੈਂ ਫੌਜ ਵਿੱਚ ਅਹਿਲਕਾਰ ਹਾਂ, ਫੌਜ ਦਾ ਨੌਕਰ ਹਾਂ, ਪਰ ਮੈਨੂੰ ਪਤਾ ਹੈ ਕੌਣ ਠੀਕ ਹੈ ਤੇ ਕੌਣ ਗਲਤ ਹੈ। ਦੇਖੋ ਧੋਖਾ ਕਰਨ ਵਾਲੇ ਵੀ ਵਿੱਚ ਨੇ ਅਤੇ ਸਹਿਯੋਗ ਦੇਣ ਵਾਲੇ ਵੀ ਵਿੱਚ ਹੀ ਹਨ। ਅਸਲ ਇਹ ਗੱਲ ਤੇ ਬੰਦੇ ਦੇ ਅੰਦਰ ਦੀ। ਕਹਿੰਦੇ ਮਹਾਰਾਜ ਤੁਸੀਂ ਇੱਥੋਂ ਅਗਾਂਹ ਵੱਧ ਜਾਓ, ਪਿੱਛੇ ਬੜੀ ਵੱਡੀ ਗਿਣਤੀ ਦੇ ਅੰਦਰ ਫੌਜ ਆ ਰਹੀ ਹੈ, ਤੁਸੀਂ ਇੱਥੇ ਘਿਰ ਸਕਦੇ ਹੋ, ਤੁਹਾਨੂੰ ਇੱਥੇ ਘੇਰਿਆ ਜਾ ਸਕਦਾ ਹੈ, ਤੁਸੀਂ ਅੱਗੇ ਵੱਧ ਆਓ। ਮੈਂ ਪਿੱਛੇ ਜਾ ਕੇ ਖਬਰ ਦੇਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੂਜੀ ਦਿਸ਼ਾ ਨੂੰ ਗਏ ਹਨ। ਉਸ ਸੂਈਏ ਨੇ, ਉਸ ਮੁਸਲਮਾਨ ਨੇ ਜਾ ਕੇ ਫੌਜ ਨੂੰ ਖਬਰ ਦੇ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਤਾਂ ਇਸ ਪਾਸੇ ਨੂੰ ਗਏ ਹਨ। ਇਸ ਕਰਕੇ ਉੱਥੋਂ ਗੁਰੂ ਮਹਾਰਾਜ ਅੱਗੇ ਜਾ ਕੇ ਚਮਕੌਰ ਦੀ ਗੜੀ ਪਹੁੰਚਦੇ ਹਨ। ਉਹ ਕਿਵੇਂ ਚਮਕੌਰ ਦੀ ਗੜੀ ਪਹੁੰਚਦੇ ਹਨ ਤੇ ਕਿਵੇਂ ਜੰਗ ਹੁੰਦੀ ਹੈ, ਇਹਦਾ ਜ਼ਿਕਰ ਆਪਾਂ ਕੱਲ ਨੂੰ ਕਰਾਂਗੇ। ਉਸ ਤੋਂ ਅੱਗੇ ਫਿਰ ਮਾਤਾਵਾਂ ਕਿਸ ਪਾਸੇ ਨੂੰ ਗਈਆਂ, ਉਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਕਿਸ ਪਾਸੇ ਨੂੰ ਗਏ, ਇਹਦਾ ਜ਼ਿਕਰ ਵੀ ਆਉਣ ਵਾਲੇ ਦਿਨਾਂ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰ ਦੇਣ। ਸਭਨਾਂ ਨੇ ਗੱਜ ਵੱਜ ਕੇ ਬੜੇ ਪਿਆਰ ਦੇ ਨਾਲ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ